ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣੈ, ਜੇਤੇ ਮਨ ਭਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ। ਜੋ ਪ੍ਰਭ ਕੀਤੇ ਆਪਣੇ, ਸੇਈ ਕਹੀਐ ਧੰਨ। ਆਪਣ ਲੀਆ ਜੇ ਮਿਲੈ, ਵਿਛੜ ਕਿਉ ਰੋਵਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀਓ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮਤ ਹੋਈ ਹੈ। ਪਿਛਲਾ ਮਹੀਨਾ ਸੁੱਖਾਂ ਦਾ ਬਤੀਤ ਹੋਇਆ। ਸਤਿਗੁਰੂ ਸਾਹਿਬ ਜੀ ਦੀਆਂ ਰਹਿਮਤਾਂ ਦੇ ਨਾਲ ਬੜੇ ਪ੍ਰੇਮ ਦੇ ਵਿੱਚ ਬਤੀਤ ਹੋਇਆ। ਨਵੇਂ ਮਹੀਨੇ ਦੀ ਆਰੰਭਤਾ ਹੋਈ, ਸੰਗਰਾਂਦ ਦਾ ਦਿਹਾੜਾ ਆਇਆ। ਵੈਸਾਖ ਮਹੀਨਾ ਸਤਿਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਦੇ ਨਾਲ ਸੁੱਖਾਂ ਦਾ ਬਤੀਤ ਕਰਵਾਇਆ। ਅੱਜ ਜੇਠ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਮਹੀਨੇ ਦਾ ਜੋ ਸਾਨੂੰ ਫਲਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਸ ਮਹੀਨੇ ਦਾ ਜੋ 12 ਮਾਹ ਮੱਝ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਸ਼ਬਦ ਬਖਸ਼ਿਸ਼ ਕੀਤਾ ਹੈ, ਆਪ ਜੀਆਂ ਨੇ ਉਸ ਸ਼ਬਦ ਦਾ ਪਾਠ ਪ੍ਰੇਮ ਸਹਿਤ ਸਰਵਣ ਕੀਤਾ ਹੈ ਜੀ। ਆਓ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਇਸ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਨਿਮਾਣਾ ਜਿਹਾ ਯਤਨ ਕਰਦੇ ਹਾਂ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਦੇ ਜ਼ਰੀਏ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਮਾਲਕ ਦੇ ਨਾਲ ਜੁੜਨ ਦਾ ਇੱਕ ਨਵੇਕਲਾ ਢੰਗ, ਕਿਵੇਂ ਉਸ ਮਾਲਕ ਦੇ ਨਾਲ ਜੁੜਿਆ ਜਾਵੇ, ਅਤੇ ਜਿਹੜੇ ਉਸ ਮਾਲਕ ਦੇ ਨਾਲ ਜੁੜ ਗਏ, ਉਸ ਵੱਡੇ ਵਾਹਿਗੁਰੂ ਦੇ ਨਾਲ ਜੁੜ ਗਏ, ਉਸ ਪਰਮੇਸ਼ਰ ਸਤਿਗੁਰੂ ਦੇ ਨਾਲ ਜੁੜ ਗਏ, ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਸਾਰੀਆਂ ਬਖਸ਼ਿਸ਼ਾਂ ਉਹਨਾਂ ਦੀ ਝੋਲੀ ਵਿੱਚ ਪਾ ਦਿੱਤੀਆਂ। ਜਿਹੜੇ ਉਸ ਮਾਲਕ ਵਾਹਿਗੁਰੂ ਦੇ ਨਾਲ ਜੁੜ ਗਏ, ਸਾਰੀਆਂ ਵਡਿਆਈਆਂ ਸਤਿਗੁਰੂ ਨੇ ਉਹਨਾਂ ਦੀ ਝੋਲੀ ਵਿੱਚ ਪਾ ਦਿੱਤੀਆਂ। ਇਸ ਮਹੀਨੇ ਦੀ ਪ੍ਰਾਰੰਭਤਾ ਹੋਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ, ਰਹਿਮਤ ਕਰਦੇ, ਪਾਵਨ ਪਵਿੱਤਰ ਸ਼ਬਦ ਦੀਆਂ ਪ੍ਰਥਮ ਪੰਕਤੀਆਂ, ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ। ਕਿਉਂਕਿ ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਹਨ ਕਿ ਹੇ ਜੀਵ, ਇਹ ਜਿਹੜਾ ਸਰੀਰ ਤੈਨੂੰ ਮਿਲਿਆ, ਇਹ ਉਸ ਮਾਲਕ ਵਾਹਿਗੁਰੂ ਸੱਚੇ ਪਿਤਾ ਦੇ ਨਾਲ ਜੁੜਨ ਵਾਸਤੇ ਮਿਲਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਬੇਅੰਤ ਐਸੀਆਂ ਪੰਕਤੀਆਂ ਨੇ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਮਿਲ ਜਗਦੀਸ਼ ਮਿਲਣ ਕੀ ਵਰੀਆ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਅਨੇਕਾਂ ਵਾਰ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਹੇ ਜੀਵ, ਤੇਰਾ ਇਸ ਸੰਸਾਰ ਦੇ ਵਿੱਚ ਆਉਣ ਦਾ ਮਕਸਦ ਸਿਰਫ ਅਤੇ ਸਿਰਫ ਇਤਨਾ ਹੈ ਕਿ ਤੂੰ ਆਪਣੀ ਜੋਤ ਦੇ ਨਾਲ ਜੁੜ ਜਾਵੇਂ, ਤੂੰ ਉਸ ਪਰਮ ਜੋਤ ਦੇ ਨਾਲ ਜੁੜ ਜਾਵੇਂ ਜਿੱਥੋਂ ਤੂੰ ਟੁੱਟਿਆ ਹੋਇਆ, ਜਿੱਥੋਂ ਤੇਰਾ ਵਿਛੋੜਾ ਪਿਆ ਹੋਇਆ, ਜਿੱਥੋਂ ਟੁੱਟ ਕੇ ਤੈਨੂੰ
ਬੇਅੰਤ ਦੁੱਖਾਂ ਦੇ ਨਾਲ ਤੇਰਾ ਹਰ ਰੋਜ਼ ਸਾਹਮਣਾ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨੇ ਵੰਨ। ਜੇਠ ਜਿਹੜਾ ਸ਼ਬਦ ਹੈ, ਇਸ ਦੇ ਅੱਖਰੀ ਅਰਥ ਜਿਹੜੇ ਹੁੰਦੇ ਨੇ ਉਹ ਹਨ ਵੱਡਾ, ਸਭ ਤੋਂ ਉੱਚਾ, ਉੱਤਮ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਉਸ ਉੱਚੇ ਪ੍ਰਮਾਤਮਾ ਦੇ ਨਾਲ ਜੁੜਨਾ ਕਰ, ਉਸ ਉੱਚੇ ਪ੍ਰਮਾਤਮਾ ਦੀ ਮਨ ਵਿੱਚ ਲੋਚਣਾ ਕਰ, ਉਸ ਸਭ ਤੋਂ ਵੱਡੇ ਮਾਲਕ ਵਾਹਿਗੁਰੂ ਦੇ ਨਾਲ ਜੁੜਿਆ ਕਰ, ਕਿਉਂਕਿ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਵੱਡੇ ਦੇ ਨਾਲ ਜੁੜਿਆਂ ਮਨੁੱਖ ਵੱਡਾ ਹੋ ਜਾਂਦਾ ਹੈ। ਅਸੀਂ ਸਮਾਜ ਦੇ ਵਿੱਚ ਵੇਖਦੇ ਹਾਂ, ਸੰਸਾਰ ਦੇ ਵਿੱਚ ਮਨੁੱਖ ਦੀ ਸੋਚ ਹੁੰਦੀ ਹੈ ਉਹਨਾਂ ਲੋਕਾਂ ਦੇ ਨਾਲ ਜੁੜਨ ਦੀ ਜਿਹੜੇ ਵੱਡੇ ਹੁੰਦੇ ਨੇ, ਮਾਇਆ ਪੱਖ 'ਤੇ, ਅਹੁਦਿਆਂ ਦੇ ਪੱਖ 'ਤੇ, ਬੇਅੰਤ ਤਰੀਕਿਆਂ ਦੇ ਨਾਲ ਐਸੇ ਪੱਖ ਨੇ। ਕੋਈ ਵੱਡਾ ਕਿਸੇ ਦਾ ਰਿਸ਼ਤੇਦਾਰ ਬਹੁਤ ਵੱਡੀ ਉੱਚ ਪਦਵੀ 'ਤੇ ਹੋਵੇ ਨਾ, ਅਤੇ ਅਸੀਂ ਕਹਿੰਦੇ ਨਹੀਂ ਥੱਕਦੇ ਕਿ ਫਲਾਣਾ ਮੇਰਾ ਰਿਸ਼ਤੇਦਾਰ ਹੈ, ਫਲਾਣਾ DSP ਮੇਰਾ ਰਿਸ਼ਤੇਦਾਰ ਹੈ। ਇਸ ਤਰ੍ਹਾਂ ਬੇਅੰਤ ਜਿਹੜੀਆਂ ਉੱਚੀਆਂ ਪਦਵੀਆਂ ਵਾਲੇ ਨੇ, ਸਾਨੂੰ ਮਾਣ ਹੁੰਦਾ ਕਿ ਇਹ ਵੱਡੇ ਨੇ, ਇਹਨਾਂ ਦੇ ਨਾਲ ਜੁੜਿਆਂ ਸਾਡੀ ਵੀ ਸ਼ੋਭਾ ਬਣਨੀ ਹੈ। ਪਰ ਸੰਸਾਰ ਦੀ ਸ਼ੋਭਾ ਜਿਹੜੀ ਹੈ ਉਹ 4 ਦਿਹਾੜੇ ਹੈ। ਸੰਸਾਰ ਦੀ ਸ਼ੋਭਾ ਤਾਂ ਤੱਕ ਹੈ ਜਦ ਤੱਕ ਮਨੁੱਖ ਨੂੰ ਮਨੁੱਖ ਦੇ ਨਾਲ ਮਤਲਬ ਹੈ। ਮਤਲਬ ਨਿਕਲਿਆ, ਸ਼ੋਭਾ ਵੀ ਘਟਣੀ ਸ਼ੁਰੂ ਹੋ ਜਾਂਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਇਸ ਸ਼ਬਦ ਦੇ ਜ਼ਰੀਏ ਸਾਨੂੰ ਸਮਝਾ ਰਹੇ ਹਨ, ਸ਼ਬਦ ਦੇ ਅਨੁਸਾਰ ਸਾਨੂੰ ਸਮਝਾ ਰਹੇ ਹਨ, ਹਰ ਜੇਠ ਜੁੜਨ ਦਾ ਲੋੜੀਐ। ਜੇ ਤੂੰ ਲੋਚਣਾ ਕਰਨੀ ਹੀ ਹੈ ਕਿਸੇ ਵੱਡੇ ਨੂੰ ਮਿਲਣ ਦੀ, ਤੇ ਮਹਾਰਾਜ ਜੀ ਕਹਿੰਦੇ ਨੇ ਉਸ ਦੇ ਨਾਲ ਜੁੜਨਾ ਕਰ, ਜਿਹਦੇ ਨਾਲ ਜੁੜਿਆਂ ਸਾਰੇ ਤੇਰੇ ਅੱਗੇ ਆ ਕੇ ਨਿਭ ਜਾਣ। ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਵਿੱਚ ਬੇਅੰਤ ਬਖਸ਼ਿਸ਼ਾਂ ਕਰਦੇ ਹਨ। ਜਿਸ ਅੱਗੇ ਸਭ ਨਿਵੰਨ, ਜਿਹੜੇ ਮਾਲਕ ਦੇ ਅੱਗੇ ਸਾਰੀ ਸ੍ਰਿਸ਼ਟੀ ਨਿਭਦੀ ਹੈ, ਜਿਹੜੇ ਸਤਿਗੁਰੂ ਦੇ ਅੱਗੇ ਸਾਰੀ ਸ੍ਰਿਸ਼ਟੀ ਆ ਕਰਕੇ ਆਪਣਾ ਮੱਥਾ ਟੇਕਦੀ ਹੈ। ਦੇਖੋ, ਦੁਨੀਆ ਦੇ ਵਿੱਚ ਕੋਈ ਮਨੁੱਖ ਐਸਾ ਨਹੀਂ ਜਿਹਦੇ ਅੱਗੇ ਸਾਰੀ ਲੁਕਾਈ ਝੁਕਦੀ ਹੋਵੇ। ਜੇ ਕਿਧਰੇ ਇਸ ਤਰ੍ਹਾਂ ਹੁੰਦਾ ਨਾ ਕਿ ਦੁਨੀਆ ਦੇ ਵਿੱਚ ਕੋਈ ਇੱਕ ਮਨੁੱਖ ਬਹੁਤ ਤਾਕਤਵਰ ਹੁੰਦਾ ਜਿਹਦੇ ਅੱਗੇ ਸਾਰੀ ਸ੍ਰਿਸ਼ਟੀ ਝੁਕਦੀ ਹੁੰਦੀ, ਫਿਰ ਮਨੁੱਖ ਨੂੰ ਪਰਮਾਤਮਾ ਦੇ ਨਾਲ ਜੁੜਨ ਦੀ ਲੋੜ ਨਹੀਂ ਸੀ ਪੈਣੀ। ਜੇ ਮਨੁੱਖ ਦੇ ਅੱਗੇ ਝੁਕਣਾ ਚਾਹੁੰਦਾ, ਕੋਈ ਮਨੁੱਖ ਇੰਨਾ ਤਾਕਤਵਰ ਹੁੰਦਾ, ਫਿਰ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਨ ਦੀ ਲੋੜ ਹੀ ਨਹੀਂ ਸੀ ਪੈਣੀ। ਦੁਨੀਆ ਦੇ ਵਿੱਚ ਮਨੁੱਖ ਦੀ ਤਾਕਤ ਜਿਹੜੀ ਹੈ ਕਿਸੇ ਨਗਰ ਤੱਕ, ਕਿਸੇ ਇੱਕ ਸ਼ਹਿਰ ਤੱਕ, ਜਾਂ ਕਿਸੇ ਇੱਕ ਦੇਸ਼ ਤੱਕ ਹੋ ਸਕਦੀ ਹੈ, ਕੁਝ ਹੋਰ ਦੇਸ਼ਾਂ ਤੱਕ ਹੋ ਸਕਦੀ ਹੈ। ਪਰ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੀ ਕੋਈ ਹੱਦ ਨਹੀਂ। ਪਰਿਪੂਰਨ ਪਰਮਾਤਮਾ ਵਾਹਿਗੁਰੂ ਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਾਕਤ ਦੀ ਕੋਈ ਹੱਦ ਨਹੀਂ, ਕਿਉਂਕਿ ਉਹ ਉੱਚਿਆਂ ਤੋਂ ਉੱਚਾ ਹੈ, ਉਹ ਵੱਡਿਆਂ ਤੋਂ ਵੱਡਾ ਹੈ। ਉਸ ਦੇ ਅੱਗੇ ਸਾਰੇ ਇਸੇ ਕਰਕੇ ਨਿਭਦੇ ਨੇ। ਕਹਿੰਦੇ ਨੇ ਕਿਸੇ ਰਾਜੇ ਦੇ ਕੋਲ ਇੱਕ ਫਕੀਰ ਸੀ, ਕੋਈ ਫਕੀਰ ਚਲਿਆ ਗਿਆ, ਅਤੇ ਰਾਜਾ ਬਹੁਤ ਧਰਮੀ ਸੀ, ਅਤੇ ਰਾਜਾ ਫਕੀਰ ਨੂੰ ਕਹਿੰਦਾ, ਫਕੀਰ ਜੀ ਤੁਹਾਡੇ ਵਿੱਚ ਅਤੇ ਮੇਰੇ ਵਿੱਚ ਕੋਈ ਬਹੁਤਾ ਫਰਕ ਨਹੀਂ, ਤੁਸੀਂ ਵੀ ਸੰਸਾਰ ਨੂੰ ਬਖਸ਼ਿਸ਼ਾਂ ਵੰਡਦੇ ਹੋ, ਅਤੇ ਮੈਂ ਵੀ ਰਾਜਾ ਹਾਂ, ਮੈਂ ਵੀ ਸੰਸਾਰ ਨੂੰ ਬਖਸ਼ਿਸ਼ਾਂ ਵੰਡਦਾ। ਫਕੀਰ ਕਹਿਣ ਲੱਗਿਆ, ਰਾਜਾ ਬਹੁਤ ਫਰਕ ਹੈ। ਕਹਿੰਦਾ ਮੈਨੂੰ ਸਮਝਾਓ ਕੀ ਫਰਕ ਹੈ। ਕਹਿੰਦੇ ਨੇ ਸਮਾਂ ਆਉਣ 'ਤੇ ਸਮਝਾਵਾਂਗੇ। ਫਕੀਰ ਨੂੰ ਰਾਜੇ ਨੇ ਆਪਣੇ ਕੋਲ ਰੱਖਿਆ। ਸਵੇਰ ਦਾ ਸਮਾਂ ਹੋਇਆ, ਫਕੀਰ ਨੇ ਰਾਜੇ ਨੂੰ ਕਿਹਾ ਕਿ ਚੱਲ ਮੇਰੇ ਨਾਲ। ਰਾਜਾ ਚੁੱਪ ਕਰਕੇ ਤੁਰ ਪਿਆ। ਫਕੀਰ ਨੇ ਸ਼ਰਤ ਲਾਈ ਕਿ ਰਾਜਾ ਤੂੰ ਮੈਨੂੰ ਕੁਝ ਪੁੱਛਣਾ ਨਹੀਂ, ਤੂੰ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ। ਮੈਂ ਗੱਲ ਕਰ ਰਿਹਾ ਸਾਧ ਸੰਗਤ ਜੀ, ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਤੋਂ ਵੱਡਾ ਕੋਈ ਹੀ ਨਹੀਂ, ਭਾਵੇਂ ਕੋਈ ਕਿਸੇ ਦੇਸ਼ ਦਾ ਰਾਜਾ ਹੋਵੇ, ਬੇਅੰਤ ਦੇਸ਼ਾਂ ਦਾ ਰਾਜਾ ਹੋਵੇ, ਉਸ ਦੀ ਵੀ ਕੋਈ ਹੱਦ ਹੁੰਦੀ ਹੈ। ਤੁਰਿਆ ਜਾਂਦਾ, ਕਾਫੀ ਸਮਾਂ ਬਤੀਤ ਹੋ ਗਿਆ। ਅਚਾਨਕ ਰਾਜਾ ਖੜਾ ਹੋ ਗਿਆ। ਰਾਜਾ ਰੁਕ ਗਿਆ। ਫਕੀਰ ਜੀ ਕਹਿਣ ਲੱਗੇ, ਰਾਜਨ ਤੂੰ ਰੁਕ ਕਿਉਂ ਗਿਆ? ਕਹਿੰਦਾ ਜੀ ਇਸ ਹੱਦ ਤੋਂ ਅੱਗੇ ਮੇਰੀ ਹੱਦ ਹੁਣ ਖਤਮ ਹੋ ਜਾਂਦੀ ਹੈ। ਇਹ ਹੱਦ ਜਿਹੜੀ ਹੈ ਮੇਰੀ ਹੈ, ਜਿਵੇਂ ਬਾਰਡਰ ਹੁੰਦੇ ਨੇ, ਹਰ ਇੱਕ ਦੇਸ਼ ਦਾ ਆਪਣਾ ਬਾਰਡਰ ਹੈ। ਉਸ ਬਾਰਡਰ ਤੋਂ ਪਾਰ ਜਦੋਂ ਕੋਈ ਚਲਿਆ ਜਾਵੇ ਤੇ ਫੌਜੀ ਜਿਹੜੇ ਬਾਰਡਰ ਦੇ ਉੱਤੇ ਲੱਗੇ ਹੁੰਦੇ ਨੇ ਉਹ ਗੋਲੀ ਮਾਰ ਦਿੰਦੇ ਨੇ, ਕਿਉਂਕਿ ਬਾਰਡਰ ਦੇ ਉੱਤੇ ਗੋਲੀ ਮਾਰਨ ਦਾ ਜਿਹੜਾ ਆਰਡਰ ਹੈ ਉਹ ਸਰਕਾਰ ਨੇ ਦਿੱਤਾ ਹੁੰਦਾ ਹੈ। ਕੋਈ ਅਨਨੋਨ ਪਰਸਨ ਆਇਆ, ਉਸ ਨੂੰ ਗੋਲੀ ਮਾਰ ਦਿੱਤੀ ਜਾਵੇ। ਹਰ ਇੱਕ ਦੇਸ਼ ਦੀ ਆਪਣੀ ਸਿਕਿਉਰਿਟੀ ਹੈ।
ਫਕੀਰ ਕਹਿਣ ਲੱਗਾ, ਰਾਜਾ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤ ਫਰਕ ਹੈ। ਜਿਹੜੇ ਫਕੀਰ ਲੋਕ ਹੁੰਦੇ ਨੇ, ਜਿਹੜੇ ਪਰਮਾਤਮਾ ਦੇ ਭਗਤ ਹੁੰਦੇ ਨੇ, ਜਿਹੜੇ ਉਸ ਮਾਲਕ ਦੇ ਭਗਤ ਹੁੰਦੇ ਨੇ, ਉਹਨਾਂ ਵਾਸਤੇ ਕੋਈ ਹੱਦ ਬੰਨਾ ਨਹੀਂ ਹੁੰਦਾ, ਕਿਉਂਕਿ ਉਹ ਉਸ ਮਾਲਕ ਦੇ ਨਾਲ ਜੁੜੇ ਨੇ ਜਿਹਦਾ ਆਪਣਾ ਹੀ ਕੋਈ ਹੱਦ ਬੰਨਾ ਨਹੀਂ, ਜਿਹਦੀਆਂ ਸਾਰੀਆਂ ਹੱਦਾਂ ਗੁਲਾਮੀ ਕਰਦੀਆਂ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਸਾਨੂੰ ਸਮਝਾ ਰਹੇ ਹਨ, ਉਸ ਪਰਿਪੂਰਨ ਉੱਚੇ ਅਤੇ ਸੁੱਚੇ ਮਾਲਕ ਦੇ ਨਾਲ ਜੁੜਨਾ ਕਰ, ਜਿਹਦੇ ਅੱਗੇ ਆ ਕਰਕੇ ਸਾਰੀ ਸ੍ਰਿਸ਼ਟੀ ਆਪ ਨਿਭ ਜਾਂਦੀ ਹੈ, ਆਪ ਝੁਕ ਜਾਂਦੀ ਹੈ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵਨ। ਹੇ ਜੀਵ, ਜੇ ਤੂੰ ਮਨ ਵਿੱਚ ਲੋਚਣਾ ਕਰਦਾ ਹੀ ਹੈ, ਉਸ ਪਰਿਪੂਰਨ ਹਰੀ ਪਰਮਾਤਮਾ ਵਾਹਿਗੁਰੂ ਦੀ ਹਰੇ ਭਰੇ ਮਾਲਕ ਦੀ ਕਰਿਆ ਕਰ, ਉਸ ਸਭ ਤੋਂ ਉੱਚੇ ਮਾਲਕ ਦੀ ਕਰਿਆ ਕਰ, ਜਿਹਦੇ ਅੱਗੇ ਸਾਰੀ ਸ੍ਰਿਸ਼ਟੀ ਆ ਕਰਕੇ ਨਿਭਦੀ ਹੈ, ਜਿਹਦੇ ਅੱਗੇ ਸਾਰੀ ਸ੍ਰਿਸ਼ਟੀ ਆ ਕਰਕੇ ਝੁਕਦੀ ਹੈ, ਜਿਹਦੇ ਅੱਗੇ ਸਾਰੀ ਸ੍ਰਿਸ਼ਟੀ ਆ ਕਰਕੇ ਆਪਣੀ ਝੋਲੀ ਅੱਡ ਦਿੰਦੀ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਥਮ ਪੰਕਤੀ ਦੇ ਵਿੱਚ ਇਹ ਬਖਸ਼ਿਸ਼ ਕੀਤੀ ਹੈ। ਇਹ ਗੱਲ ਸਾਨੂੰ ਸਮਝਾਈ ਕਿ ਸਭ ਤੋਂ ਉੱਚੇ ਮਾਲਕ ਵਾਹਿਗੁਰੂ ਦੇ ਨਾਲ ਜੁੜਿਆ ਤੇਰਾ ਕਿਰਦਾਰ ਵੀ ਉੱਚਾ ਹੋ ਜਾਣਾ ਹੈ, ਤੇਰਾ ਜੀਵਨ ਵੀ ਉੱਚਾ ਹੋ ਜਾਣਾ ਹੈ। ਜਿਵੇਂ ਪਰਮਾਤਮਾ ਦੇ ਅੱਗੇ ਸਾਰੀ ਖਲਕਤ ਨਿਭਦੀ ਹੈ, ਪਰਮਾਤਮਾ ਦੇ ਭਗਤਾਂ ਦੇ ਅੱਗੇ ਵੀ ਉਹ ਖਲਕਤ ਜਿਹੜੀ ਹੈ ਨਿਭਣਾ ਸ਼ੁਰੂ ਹੋ ਜਾਂਦੀ ਹੈ। ਪੜ੍ਹੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ। ਸਤਿਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿੱਥੇ ਅਸੀਂ ਗੁਰੂਆਂ ਨੂੰ ਮੱਥਾ ਟੇਕਦੇ ਹਾਂ, ਉੱਥੇ ਬੇਅੰਤ ਭਗਤਾਂ ਨੂੰ ਵੀ ਟੇਕਦੇ ਹਾਂ। ਕਿਉਂ ਟੇਕਦੇ ਹਾਂ ਭਗਤਾਂ ਨੂੰ ਮੱਥਾ? ਕਿਉਂਕਿ ਉਹ ਭਗਤ ਉਸ ਪਰਿਪੂਰਨ ਮਾਲਕ ਵਾਹਿਗੁਰੂ ਦੇ ਨਾਲ ਜੁੜ ਗਏ ਸਨ, ਉਸ ਉੱਚੇ ਸਤਿਗੁਰੂ ਨਾਲ ਜੁੜ ਗਏ ਸਨ। ਫਿਰ ਉੱਚੇ ਸਤਿਗੁਰੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਵੀ ਓਨਾ ਹੀ ਸਤਿਕਾਰ ਦਿੱਤਾ ਜਿੰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਸਾਹਿਬਾਨਾਂ ਨੂੰ ਦਿੱਤਾ। ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਸਮਝਾਉਂਦੇ ਹਨ, ਸਿੱਖਾ ਜੇ ਕਿਤੇ ਤੂੰ ਮਾਲਕ ਦੇ ਨਾਲ ਜੁੜ ਜਾਵੇਂ, ਤੇਰਾ ਵੀ ਕਿਰਦਾਰ ਉੱਚਾ ਹੋ ਜਾਵੇ। ਇਸ ਪ੍ਰਥਮ ਪੰਕਤੀ 'ਚ ਮਹਾਰਾਜ ਜੀ ਨੇ ਕਿਰਪਾ ਕਰਕੇ ਸਮਝਾਇਆ ਹੈ ਕਿ ਉਸ ਸਤਿਗੁਰੂ ਸਾਹਿਬ ਜੀ ਉੱਚੇ ਮਾਲਕ ਦੇ ਨਾਲ ਜੁੜ, ਜਿਹਦੇ ਅੱਗੇ ਸਾਰੀ ਖਲਕਤ ਨਿਭਦੀ ਹੈ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਮਹਾਰਾਜ ਜੀ ਕਹਿੰਦੇ ਨੇ, ਮਾਲਕ ਦੇ ਲੜ ਲੱਗਿਆ ਤੈਨੂੰ ਕੋਈ ਬੰਨ੍ਹ ਨਹੀਂ ਸਕਦਾ। ਜਿਵੇਂ ਕਿਸੇ ਬਾਰਡਰ ਨੂੰ ਕੋਈ ਕ੍ਰੋਸ ਕਰ ਜਾਵੇ, ਕੋਈ ਬਾਰਡਰ ਪਾਰ ਕਰ ਜਾਵੇ, ਕਿਸੇ ਦੇਸ਼ ਦੀ ਹੱਦ ਪਾਰ ਕਰ ਜਾਵੇ, ਦੂਸਰੇ ਦੇਸ਼ ਦੀ ਪੁਲਿਸ ਜਿਹੜੀ ਹੁੰਦੀ ਹੈ ਉਸ ਨੂੰ ਬੰਨ੍ਹ ਲੈਂਦੀ ਹੈ, ਭਾਵ ਉਸ ਨੂੰ ਜੇਲ੍ਹ ਵਿੱਚ ਸੁੱਟ ਸਕਦੀ ਹੈ, ਕਿਉਂਕਿ ਉਹਨਾਂ ਦੇ ਕੋਲ ਅਧਿਕਾਰ ਹੁੰਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਜੇ ਤੂੰ ਮਾਲਕ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਜਾਵੇਂ ਨਾ, ਤੈਨੂੰ ਇਹ ਜਮ ਜਿਹੜੇ ਨੇ, ਤੈਨੂੰ ਇਹ ਸੰਸਾਰ ਜਿਹੜਾ ਹੈ ਬੰਨ੍ਹ ਨਹੀਂ ਸਕਦਾ। ਤੈਨੂੰ ਮੋਹ ਮਾਇਆ ਦਾ ਜਾਲ ਜਿਹੜਾ ਉਹ ਬੰਨ੍ਹ ਨਹੀਂ ਸਕਦਾ। ਮਨੁੱਖ ਨੂੰ ਆਤਮਿਕ ਤੌਰ 'ਤੇ, ਮਾਨਸਿਕ ਤੌਰ 'ਤੇ ਮੋਹ ਮਾਇਆ ਦਾ ਜਾਲ ਹਮੇਸ਼ਾ ਬੰਨ੍ਹ ਲੈਂਦਾ, ਜਕੜ ਲੈਂਦਾ। ਪਰ ਜੇ ਕਿਤੇ ਸਿੱਖ ਉਸ ਉੱਚੇ ਮਾਲਕ ਵਾਹਿਗੁਰੂ ਦੇ ਨਾਲ ਜੁੜ ਜਾਵੇ, ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੁੜ ਜਾਵੇ, ਤੇ ਮੋਹ ਮਾਇਆ ਦਾ ਜਾਲ ਜਿਹੜਾ ਹੈ ਉਹ ਮਨੁੱਖ ਨੂੰ ਕਦੇ ਬੰਨ੍ਹ ਨਹੀਂ ਸਕਦਾ। ਕਿਉਂਕਿ ਮਹਾਰਾਜ ਜੀ ਕਹਿੰਦੇ ਨੇ, ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬੰਨ। ਜਿਹੜੇ ਉਸ ਮਾਲਕ ਸੱਜਣ ਪਰਮਾਤਮਾ ਦੇ ਲੜ ਲੱਗ ਜਾਂਦੇ ਨੇ, ਪਰਮਾਤਮਾ ਫਿਰ ਹੁਕਮ ਕਰ ਦਿੰਦਾ ਜਮਾਂ ਨੂੰ, ਕੋਈ ਜੰਮ ਉਹਨਾਂ ਨੂੰ ਬੰਨ੍ਹ ਨਹੀਂ ਸਕਦਾ, ਕੋਈ ਜੰਮ ਉਹਨਾਂ ਨੂੰ ਜਕੜ ਨਹੀਂ ਸਕਦਾ। ਅੰਤਰੀਵ ਭਾਵ 'ਚ ਮਹਾਰਾਜ ਜੀ ਸਮਝਾ ਰਹੇ ਹਨ, ਸਿੱਖਾ ਜੇ ਤੂੰ ਚਾਹੁੰਦਾ ਹੈ ਕਿ ਤੈਨੂੰ ਜਮਾਂ ਦਾ ਜੰਜਾਲ ਬੰਨ੍ਹ ਨਾ ਸਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਆਪਣੇ ਵਿੱਚ ਜਕੜ ਨਾ ਸਕਣ, ਤੇ ਫਿਰ ਤੂੰ ਉਸ ਮਾਲਕ, ਉਸ ਵੱਡੇ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਨਾ ਕਰ। ਕਿਉਂਕਿ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਉਸ ਮਾਲਕ ਦੀਆਂ ਵਡਿਆਈਆਂ, ਉਸ ਮਾਲਕ ਦੀ ਉਸਤਤ ਕਹਿਣ ਕਥਨ ਤੋਂ ਪਰੇ ਹੁੰਦੀ ਹੈ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਦੂਸਰੀ ਪੰਕਤੀ ਵਿੱਚ ਇਹ ਗੱਲ ਸਮਝਾ ਦਿੱਤੀ ਹੈ ਕਿ ਉੱਚੇ ਅਤੇ ਸੁੱਚੇ ਮਾਲਕ ਵਾਹਿਗੁਰੂ ਦੇ ਨਾਲ ਜੁੜਿਆ, ਸਿੱਖ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਿਆ, ਜੀਵ ਦਾ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਿਆ, ਕਦੇ ਵੀ ਜੰਮ ਜਿਹੜੇ ਨੇ ਇਸ ਨੂੰ ਬੰਨ੍ਹ ਨਹੀਂ ਸਕਦੇ। ਮਹਾਰਾਜ ਕਿਰਪਾ ਕਰਦੇ ਹਨ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ। ਜਿਵੇਂ ਸੰਸਾਰ ਦੇ ਪਦਾਰਥ ਅਸੀਂ ਇਕੱਠੇ ਕੀਤੇ ਹੁੰਦੇ ਹਨ, ਧਨ ਦੌਲਤ ਪੈਸਾ ਇਕੱਠਾ ਕੀਤਾ ਹੁੰਦਾ ਹੈ, ਮਨੁੱਖ ਦੇ ਮਨ ਵਿੱਚ ਹਮੇਸ਼ਾ ਡਰ ਰਹਿੰਦਾ ਹੈ ਕਿ ਕਿੱਧਰੇ ਕੋਈ ਮੇਰਾ ਇਹ ਧਨ ਦੌਲਤ ਮੇਰੇ ਕੋਲੋਂ ਚੁਰਾ ਨਾ ਲਵੇ। ਕਿਉਂਕਿ ਸੰਸਾਰ ਦੀਆਂ ਵਸਤੂਆਂ ਨੂੰ ਚੋਰੀ ਕਰਨ ਵਾਸਤੇ ਅਤਿਅੰਤ ਚੋਰ ਹੁੰਦੇ ਨੇ। ਸਤਿਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ, ਜਿਵੇਂ ਸੰਸਾਰ ਦੀਆਂ ਵਸਤੂਆਂ ਤੇਰੇ ਕੋਲੋਂ ਕੋਈ ਚੁਰਾ ਨਾ ਲਵੇ, ਤੂੰ ਤਾਲੇ ਲਾ ਲਾ ਰੱਖਦਾ, ਬੇਅੰਤ ਤਰੀਕਿਆਂ ਦੇ ਨਾਲ ਸਿਕਿਉਰਟੀਆਂ ਲਾ ਲਾ ਕੇ ਰੱਖਦਾ।
ਦੇਖੋ ਬੈਂਕਾਂ ਦੇ ਵਿੱਚ ਜਾਂ ਹੋਰ ਐਸੇ ਸਥਾਨਾਂ ਦੇ ਵਿੱਚ ਬੇਅੰਤ ਤਰੀਕਿਆਂ ਦੀਆਂ ਸਿਕਿਉਰਟੀਆਂ ਨੇ, ਕੈਮਰੇ ਲੱਗੇ ਹੋਏ ਨੇ, ਹੋਰ ਵੀ ਕਈ ਤਰੀਕਿਆਂ ਦਾ ਮਨੁੱਖ ਯਤਨ ਕਰਦਾ ਹੈ ਕਿ ਮੇਰੇ ਇਹਨਾਂ ਪਦਾਰਥਾਂ ਨੂੰ ਮੇਰੇ ਤੋਂ ਕੋਈ ਚੁਰਾ ਨਾ ਲਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਉਸ ਪਰਿਪੂਰਨ ਮਾਲਕ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਿਆ, ਉਸ ਉੱਚੇ ਸਤਿਗੁਰੂ ਦੇ ਨਾਲ ਜੁੜਿਆ, ਉਸ ਦਾ ਪੱਲਾ ਫੜਿਆ, ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸਨ। ਤੇਰੇ ਅੰਦਰ ਜਿਹੜੇ ਗੁਣ ਨੇ, ਤੇਰੇ ਅੰਦਰ ਜਿਹੜੇ ਅਤਿਅੰਤ ਗੁਣ ਸਤਿਗੁਰੂ ਨੇ ਭਰੇ ਹੋਏ ਨੇ, ਉਹਨਾਂ ਗੁਣਾਂ ਨੂੰ ਸੰਨ ਲਾਉਣ ਤੋਂ ਭਾਵ ਹੁੰਦਾ ਹੈ ਜਿਵੇਂ ਚੋਰੀ ਕਰਨ ਵਾਸਤੇ ਚੋਰ ਕਿਸੇ ਦੀਵਾਰ ਨੂੰ ਤੋੜ ਦੇਣ, ਤਾਲਾ ਨਾ ਟੁੱਟਦਾ ਹੋਵੇ, ਕਿਸੇ ਦੀਵਾਰ ਨੂੰ ਤੋੜ ਕੇ ਕਿਸੇ ਬੈਂਕ ਦੇ ਵਿੱਚ ਬੈਕ ਸਾਈਡ ਤੋਂ ਜਾਂ ਕਿਸੇ ਹੋਰ ਸਾਈਡ ਤੋਂ ਜਾ ਕੇ ਦੀਵਾਰ ਨੂੰ ਤੋੜ ਕੇ ਆਪਣੇ ਜਾਣ ਵਾਸਤੇ ਰਸਤਾ ਬਣਾ ਲੈਣ, ਉਸ ਨੂੰ ਕਹਿੰਦੇ ਨੇ ਸੰਨ ਲਾਉਣਾ। ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਤੇਰੇ ਅੰਦਰ ਜਿਹੜੇ 5 ਵੈਰੀ ਬੈਠੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸੰਨ ਲਾ ਕਰਕੇ ਤੇਰੇ ਗੁਣਾਂ ਨੂੰ ਲੁੱਟ ਨਹੀਂ ਸਕਦੇ, ਕਿਉਂਕਿ ਤੇਰੇ ਗੁਣਾਂ ਨੂੰ ਇਹ ਤਾਂ ਨਹੀਂ ਲੁੱਟ ਸਕਦੇ, ਤੂੰ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ, ਤੂੰ ਉਸ ਮਾਲਕ ਦੇ ਨਾਲ ਜੁੜਿਆ ਹੋਇਆ ਜਿਸ ਮਾਲਕ ਨੇ ਤੇਰਾ ਰਖਵਾਲਾ ਬਣ ਜਾਣਾ। ਰਖਵਾਲਾ ਗੋਬਿੰਦ ਰਾਏ ਸਤਿਗੁਰੂ ਆਪ ਤੇਰਾ ਰਖਵਾਲਾ ਬਣ ਜਾਂਦਾ, ਉਹ ਭਗਤਾਂ ਦੀ ਰਾਸ ਬਣ ਜਾਂਦਾ, ਰਖਵਾਲਾ ਬਣ ਜਾਂਦਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ, ਪਰਮਾਤਮਾ ਦੇ ਨਾਲ, ਉੱਚੇ ਮਾਲਕ ਦੇ ਨਾਲ ਜੁੜ, ਉਹ ਤੇਰੇ ਅੰਦਰ ਦੇ ਗੁਣ ਜਿਹੜੇ ਨੇ, ਤੇਰੇ ਅੰਦਰ ਦੇ ਬੇਅੰਤ ਗੁਣ ਜਿਹੜੇ ਨੇ, ਉਹਨਾਂ ਨੂੰ ਸੰਨ ਲਾ ਕੇ ਕਿਸੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਚੋਰ ਨੂੰ ਲੁੱਟਣ ਨਹੀਂ ਦੇਣਗੇ। ਸਤਿਗੁਰੂ ਸਾਹਿਬ ਅੰਤਰੀ ਭਾਵ 'ਚ ਸਮਝਾਉਂਦੇ ਹਨ, ਸਿੱਖਾ ਜੇ ਤੂੰ ਆਪਣੇ ਅੰਦਰ ਆਤਮੇ ਨੂੰ ਬਚਾਉਣਾ ਚਾਹੁੰਦਾ ਹੈ, ਕਿਉਂਕਿ ਮਨੁੱਖ ਦੀ ਆਤਮਾ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੁੱਟ ਕੇ ਲੈ ਜਾਂਦੇ ਨੇ, ਸੰਨ ਲਾ ਕਰਕੇ ਸਾਰੇ ਪਦਾਰਥ ਜਿਹੜੇ ਨੇ ਉਹ ਲੁੱਟ ਕੇ ਲੈ ਜਾਂਦੇ ਨੇ, ਮਨੁੱਖ ਨੂੰ ਪਤਾ ਨਹੀਂ ਲੱਗਦਾ। ਸਤਿਗੁਰੂ ਸਾਹਿਬ ਜੀ ਸਮਝਾਉਂਦੇ ਹਨ, ਮਾਲਕ ਦੇ ਨਾਲ ਜੁੜਨਾ ਕਰ, ਧੰਨ ਗੁਰੂ ਸੱਚੇ ਪਾਤਸ਼ਾਹ ਦੇ ਨਾਲ ਜੁੜਨਾ ਕਰ, ਉਸ ਮਾਲਕ ਦੇ ਨਾਲ ਜੁੜਿਆ, ਇਹ ਹੀਰਿਆਂ ਵਰਗਾ ਨਾਮ ਜਿਹੜਾ ਤੇਰੇ ਅੰਦਰ ਵਸਿਆ ਹੋਇਆ, ਅਮੋਲਕ ਪਦਾਰਥ ਜਿਹੜਾ ਵਸਿਆ ਹੋਇਆ, ਜਮ ਅਤੇ ਕਾਮ ਕ੍ਰੋਧ ਲੋਭ ਮੋਹ ਹੰਕਾਰੀ ਇਹ ਵੈਰੀ ਜਿਹੜੇ ਨੇ, ਇਹ ਤੇਰੇ ਉਸ ਪਦਾਰਥ ਨੂੰ ਲੁੱਟ ਨਹੀਂ ਸਕਣਗੇ, ਸੰਨ ਲਾ ਕਰਕੇ ਚੋਰੀ ਨਹੀਂ ਕਰ ਸਕਣਗੇ। ਸਤਿਗੁਰੂ ਜੀ ਕਿਰਪਾ ਕਰਦੇ, ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ। ਜਦੋਂ ਇਸ ਗੱਲ ਦੀ ਸਮਝ ਆ ਗਈ ਕਿ ਉਸ ਮਾਲਕ ਵਾਹਿਗੁਰੂ ਦੇ ਨਾਲ ਜੁੜਿਆਂ ਹੀ ਜ਼ਿੰਦਗੀ ਦੀ ਖੇਡ ਜਿਹੜੀ ਹੈ ਉਹ ਵਰਤਣੀ ਹੈ, ਬਣਨੀ ਹੈ, ਤੇ ਮਹਾਰਾਜ ਜੀ ਕਹਿੰਦੇ ਨੇ ਫਿਰ ਮਨ ਦੇ ਵਿੱਚ ਇਸ ਗੱਲ ਨੂੰ ਦ੍ਰਿੜ ਕਰ ਨਿਸ਼ਚਾ ਬਣਾ ਲੈ, ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ। ਜਿੰਨੇ ਵੀ ਰੰਗ ਰੂਪ ਦੁਨੀਆ ਦੇ ਵਿੱਚ ਨਜ਼ਰ ਆਉਂਦੇ ਨੇ, ਚਾਹੇ ਉਹ ਬਾਹਰੀ ਸੰਸਾਰ ਦੇ ਰੰਗ ਰੂਪ ਹੋਵਣ, ਚਾਹੇ ਉਹ ਅੰਤਰ ਆਤਮੇ ਦੇ ਵਿੱਚ ਵਰਤਣ ਵਾਲੇ ਰੰਗ ਰੂਪ ਹੋਵਣ, ਮਹਾਰਾਜ ਜੀ ਕਹਿੰਦੇ ਨੇ ਇਹ ਸਾਰੇ ਰੰਗ ਜਿਹੜੇ ਨੇ ਉਸ ਨਾਰਾਇਣ, ਉਸ ਕਾਲਖਾਂ ਤੋਂ ਰਹਿਤ ਮਾਲਕ ਦੇ ਬਖਸ਼ਿਸ਼ ਕੀਤੇ ਹੋਏ ਨਜ਼ਰ ਆਉਣਗੇ। ਭਾਵ ਮਾਲਕ ਦੇ ਨਾਲ ਜੁੜਿਆ ਤੇਰਾ ਕਿਧਰੇ ਵੀ ਖਿਆਲ ਜਿਹੜਾ ਹੈ, ਕਿਉਂਕਿ ਮਨੁੱਖ ਆਪਣੇ ਖਿਆਲਾਂ ਕਰਕੇ ਕਈ ਵਾਰੀ ਬਹੁਤ ਪਾਪ ਕਰ ਜਾਂਦਾ ਹੈ, ਜ਼ਰੂਰੀ ਨਹੀਂ ਫਿਜ਼ੀਕਲੀ ਤੌਰ 'ਤੇ ਪਾਪ ਕਰੇ, ਮਨੁੱਖ ਦੀ ਨਜ਼ਰ ਜਿਹੜੀ ਹੈ ਇਹ ਵੀ ਕਈ ਵਾਰੀ ਬੇਅੰਤ ਪਾਪ ਕਰ ਜਾਂਦੀ ਹੈ। ਸਤਿਗੁਰੂ ਸਾਹਿਬ ਜੀ ਸਮਝਾਉਂਦੇ ਹਨ ਕਿ ਮੇਰੇ ਸਿੱਖ ਦਾ ਜਿੱਥੇ ਅੰਤਰ ਆਤਮਾ ਸਹੀ ਹੋਵੇ, ਬਾਹਰੀ ਸਮਾਜਿਕ ਜ਼ਿੰਦਗੀ ਸਹੀ ਹੋਵੇ, ਅੰਤਰ ਆਤਮਿਕ ਤੌਰ 'ਤੇ ਵੀ ਇਹ ਸਹੀ ਹੋਵੇ, ਇਹਦੀਆਂ ਅੱਖਾਂ, ਇਹਦੀਆਂ ਇੰਦਰੀਆਂ ਜਿਹੜੀਆਂ ਨੇ, ਇਹਨਾਂ ਦੇ ਵਿੱਚ ਕਿਧਰੇ ਵੀ ਕੋਈ ਪਾਪ ਕਰਮ ਆਵੇ ਹੀ ਨਾ। ਸਤਿਗੁਰੂ ਸਾਹਿਬ ਕਿਰਪਾ ਕਰਦੇ ਨੇ, ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ। ਜਿੰਨੇ ਵੀ ਮਨ ਦੇ ਵਿੱਚ ਰੰਗ ਰੂਪ ਨਾਟਕ ਚੇਟਕ ਚੰਗੇ ਲੱਗਦੇ ਨੇ, ਇਹ ਸਾਰੇ ਪ੍ਰਮਾਤਮਾ ਦੇ ਬਖਸ਼ਿਸ਼ ਕੀਤੇ ਵਰਤਦੇ ਪਏ ਹਨ। ਇਸ ਗੱਲ ਦੀ ਸੋਝੀ ਉਦੋਂ ਆਉਂਦੀ ਹੈ ਜਦੋਂ ਵੱਡੇ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਸਿੱਖ ਜੁੜ ਜਾਂਦਾ ਹੈ, ਮਨੁੱਖ ਜੁੜ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਫਿਰ ਪਰਿਪੂਰਨ ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਕੁਝ ਨਜ਼ਰ ਨਹੀਂ ਆਉਂਦਾ। ਫਿਰ ਮਨ ਦੇ ਵਿੱਚ ਇਸ ਗੱਲ ਦਾ ਪ੍ਰਵਾਸਾ ਵੱਧ ਜਾਂਦਾ ਹੈ ਕਿ ਦੁਨੀਆ ਦੇ ਉੱਤੇ ਜੋ ਕੁਝ ਵੀ ਹੋ ਰਿਹਾ ਹੈ, ਮਾੜਾ ਚੰਗਾ, ਉੱਚਾ ਨੀਵਾਂ, ਇਹ ਸਾਰਾ ਉਸ ਮਾਲਕ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਹੀ ਹੋ ਰਿਹਾ ਹੈ। ਜਿੰਨੇ ਵੀ ਜੀਵ ਨੇ ਇਹ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਕੁਝ ਵੀ ਨਹੀਂ ਹਨ, ਉਸ ਦੀ ਆਗਿਆ ਤੋਂ ਬਿਨਾਂ ਕੁਝ ਕਰਦੇ ਹੀ ਨਹੀਂ ਹਨ। ਇਹ ਪ੍ਰਵਾਸਾ ਤਾਂ ਹੀ ਵੱਜਦਾ ਹੈ, ਇਸ ਗੱਲ ਦੀ ਪ੍ਰਤੀਤ ਤਾਂ ਹੀ ਆਉਂਦੀ ਹੈ ਜਦੋਂ ਸਿੱਖ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜ ਜਾਂਦਾ ਹੈ। ਸਤਿਗੁਰੂ ਕਿਰਪਾ ਕਰਦੇ, ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ। ਜੋ ਮਾਲਕ ਨੇ ਆਪਣੇ ਬਣਾ ਲਏ, ਜਿਨ੍ਹਾਂ ਨੂੰ ਇਸ ਗੱਲ ਦੀ ਸੋਝੀ ਆ ਗਈ ਕਿ ਉਹ ਪਰਮਾਤਮਾ ਉੱਚਾ ਹੈ, ਸਾਰਿਆਂ ਤੋਂ ਵੱਡਾ ਹੈ, ਉਹ ਪਰਮਾਤਮਾ ਦੇ ਨਾਲ ਜੁੜ ਜਾਂਦੇ ਨੇ। ਅਤੇ ਫਿਰ ਪਰਮਾਤਮਾ ਨੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ,
ਮਹਾਰਾਜ ਜੀ ਕਹਿੰਦੇ ਨੇ ਉਹ ਧੰਨ 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 ਹੋ ਜਾਂਦੇ ਨੇ, ਕਿਉਂਕਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜੋ ਮਾਲਕ ਨਾਲ ਜੁੜ ਗਏ, ਮਾਲਕ ਨੇ ਉਹਨਾਂ ਨੂੰ ਧੰਨ ਬਣਾ ਦਿੱਤਾ। ਜਿਵੇਂ ਬਾਬਾ ਪ੍ਰਹਿਲਾਦ ਜੀ, ਜਿਵੇਂ ਅਜਾਮਲ ਜੀ ਅਤੇ ਬੇਅੰਤ ਐਸੇ ਭਗਤ ਨੇ ਜੋ ਪਰਮਾਤਮਾ ਦੇ ਨਾਲ ਜੁੜੇ ਅਤੇ ਪਰਮਾਤਮਾ ਨੇ ਉਹਨਾਂ ਨੂੰ ਵੀ ਵੱਡੇ ਕਰ ਦਿੱਤਾ, ਧੰਨ ਧੰਨ ਬਣਾ ਦਿੱਤਾ। ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ, ਆਪਣ ਲੀਆ ਜੇ ਮਿਲੈ, ਵਿਛੜ ਕਿਉਂ ਰੋਵਨ। ਸਿੱਖਾ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਸਮਝ ਲੈ ਕਿ ਤੇਰਾ ਕੀਤਾ ਹੋਇਆ ਕੁਝ ਵੀ ਨਹੀਂ ਹੈ, ਤੇਰਾ ਸੰਸਾਰ ਦੇ ਉੱਤੇ ਕੀਤਾ ਹੋਇਆ ਕੁਝ ਨਹੀਂ ਹੋ ਰਿਹਾ, ਕਿਉਂਕਿ ਜੇ ਤੂੰ ਕੁਝ ਕਰਦਾ ਹੋਵੇਂ ਤੇ ਫਿਰ ਤੂੰ ਵਿਛੜ ਕੇ ਰੋਵੇਂ ਕਿਉਂ। ਉਸ ਮਾਲਕ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਕੀਤਾ ਹੋਇਆ ਸਾਰਾ ਕੁਝ ਵਰਤ ਰਿਹਾ, ਉਸ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਦੇ, ਬਖਸ਼ਿਸ਼ ਕਰਦੇ, ਜਿਨ੍ਹਾਂ ਨੂੰ ਜੇਠ ਦੇ ਮਹੀਨੇ ਵਿੱਚ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਗਈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਪ੍ਰਾਪਤ ਹੋ ਗਈ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਾਣਨ। ਮਹਾਰਾਜ ਜੀ ਕਹਿੰਦੇ ਨੇ ਉਹ ਸਾਰੇ ਰੰਗਾਂ ਦਾ ਆਨੰਦ ਮਾਣ ਲੈਂਦੇ ਨੇ, ਭਾਵ ਉਹ ਜ਼ਿੰਦਗੀ ਦੇ ਹਰ ਇੱਕ ਪਲ ਨੂੰ ਸੁਹਾਵਣਾ ਕਰਕੇ ਜਾਣਦੇ ਨੇ। ਉਹ ਦੁੱਖ ਦੇ ਵਿੱਚ ਬਹੁਤਾ ਰੋਂਦੇ ਨਹੀਂ ਅਤੇ ਸੁੱਖ ਦੇ ਵਿੱਚ ਬਹੁਤਾ ਖੁਸ਼ ਨਹੀਂ ਹੁੰਦੇ। ਉਹ ਸਤਿਗੁਰੂ ਸਾਹਿਬ ਜੀ ਦੀ ਰਜ਼ਾ ਦੇ ਵਿੱਚ ਰਹਿ ਕਰਕੇ, ਸਾਧੂਆਂ ਦੀ ਸੰਗਤ ਵਿੱਚ ਰਹਿ ਕਰਕੇ, ਭਲੇ ਪੁਰਸ਼ਾਂ ਦੀ ਸੰਗਤ ਵਿੱਚ ਰਹਿ ਕਰਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਗਤ ਵਿੱਚ ਆ ਕਰਕੇ ਆਪਣੇ ਆਪ ਨੂੰ ਸੋਧ ਲੈਂਦੇ ਨੇ, ਆਪਣੇ ਆਪ ਨੂੰ ਗੁਰੂ ਨਾਲ ਜੋੜ ਲੈਂਦੇ ਹਨ। ਅਖੀਰਲੀ ਪੰਕਤੀ 'ਚ ਮਹਾਰਾਜ ਜੀ ਕਿਰਪਾ ਕਰਦੇ ਨੇ, ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਮਹਾਰਾਜ ਜੀ ਕਹਿੰਦੇ ਨੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਜਿਹਦੇ ਭਾਗ ਉੱਚੇ ਹੋ ਗਏ ਉਸ ਨੂੰ ਉਹ ਮਾਲਕ ਸੱਚੇ ਪਾਤਸ਼ਾਹ ਜੋ ਰੰਗੀਲਾ ਹੈ, ਖੁਸ਼ੀਆਂ ਵੰਡਣ ਵਾਲਾ ਹੈ, ਉਸ ਦੇ ਹਿਰਦੇ ਦੇ ਵਿੱਚ ਵਸ ਜਾਂਦਾ ਹੈ, ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਉਸ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ। ਉਹਦਾ ਜੀਵਨ ਜਿਹੜਾ ਹੈ ਆਪ ਰੰਗੀਲਾ ਬਣ ਜਾਂਦਾ ਹੈ, ਸੁਹਾਵਣਾ ਬਣ ਜਾਂਦਾ ਹੈ। ਸਤਿਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੇਠ ਮਹੀਨੇ ਦਾ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਉਸ ਮਾਲਕ ਵਾਹਿਗੁਰੂ ਦੇ ਨਾਲ ਜੁੜ। ਅੰਤਰੀ ਭਾਵ ਦੇ ਵਿੱਚ ਸਾਰੇ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਨੇ ਉਸ ਵੱਡੇ ਮਾਲਕ ਦੇ ਨਾਲ ਜੁੜਨ ਦਾ ਪ੍ਰੇਰਨਾ ਜਿਹੜੀ ਹੈ ਸਾਨੂੰ ਬਖਸ਼ਿਸ਼ ਕੀਤੀ ਹੈ, ਕਿਉਂਕਿ ਮਨੁੱਖ ਹਮੇਸ਼ਾ ਆਪਣੇ ਤੋਂ ਵੱਡੇ ਦੀ ਹੀ ਉਸਤਤ ਕਰਦਾ ਹੈ। ਅਤੇ ਮਹਾਰਾਜ ਜੀ ਕਹਿੰਦੇ ਨੇ ਉਸ ਵੱਡੇ ਪਰਮਾਤਮਾ ਦੀ ਉਸਤਤ ਕਰਿਆ ਕਰ, ਜਿਹਦੀਆਂ ਵਡਿਆਈਆਂ ਕਹਿਣ ਅਤੇ ਕਥਨ ਤੋਂ ਪਰੇ ਹਨ, ਕਹਿਣ ਅਤੇ ਕਥਨ ਤੋਂ ਬਾਹਰ ਹਨ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਜੇਠ ਮਹੀਨੇ ਦਾ ਸ਼ਬਦ ਅਤੇ ਸ਼ਬਦ ਦੀ ਵਿਚਾਰ ਸਾਡੇ ਹਿਰਦਿਆਂ ਵਿੱਚ ਵਸੇ, ਤਾਂ ਕਿ ਸਾਡਾ ਜੀਵਨ ਉੱਚੇ ਮਾਲਕ ਦੇ ਨਾਲ ਜੁੜ ਕੇ ਉੱਚਾ ਹੋ ਸਕੇ, ਉਸ ਮਾਲਕ ਵਾਹਿਗੁਰੂ ਦੇ ਨਾਲ ਜੁੜ ਕੇ ਸੁਹਾਵਣਾ ਹੋ ਸਕੇ, ਜਿਹੜਾ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਪ੍ਰੇਮ ਦਾ ਰੰਗ ਭਰ ਦਿੰਦਾ ਹੈ, ਜਿਹੜਾ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਆਨੰਦ ਦਾ ਰੰਗ ਭਰ ਦਿੰਦਾ ਹੈ। ਸਤਿਗੁਰੂ ਸਾਹਿਬ ਜੀ ਦਾ ਸ਼ਬਦ ਪੜ੍ਹਦੇ ਹਾਂ, ਸ਼ਬਦ ਦੀ ਵਿਚਾਰ ਕਰਦੇ ਹਾਂ। ਬੇਅੰਤ ਭੁੱਲਾਂ ਹੋਈਆਂ ਹਨ, ਆਪ ਸਭ ਸੰਗਤਾਂ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣਹਾਰੇ ਹਨ। ਅਗਾਂਹ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ੁੱਧ ਗੁਰਬਾਣੀ, ਸ਼ੁੱਧ ਵਿਚਾਰਾਂ ਕਰਨ ਦੇ ਬਲ ਬਖਸ਼ਿਸ਼ ਕਰਨ। ਵਿਚਾਰ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਜੀ। ਭੁੱਲ ਚੁੱਕ ਦੀ ਖਿਮਾ, ਗੱਜ ਵੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।